ख्याल करते हैं। पहला पत्रस ओदी चैप्टर 5 ते ओदी एक ऐत नूं पढ़ांगे। प्लीज़ पढ़न विच मदद करियो। ਅਤੇ ਆਪਣੀ ਸਾਰੀ ਚਿੰਤਾ ਉਸ ਉੱਤੇ ਛੱਡੋ ਕਿਉਂ ਜੋ ਉਹਨੂੰ ਤੁਹਾਡਾ ਫਿਕਰ ਹੈ। ਹਾਲੇਲੂਇਆ। ਇੱਕ ਵਚਨ ਦੇ ਵਿੱਚ, ਇੱਕ ਆਇਤ ਦੇ ਵਿੱਚ ਪਰਮੇਸ਼ਰ ਸਾਨੂੰ ਕੀ ਦੱਸਦਾ ਆ, ਪਰਮੇਸ਼ਰ ਕੀ ਬਿਆਨ ਕਰਦਾ ਆ। ਇੱਕੋ ਹੀ ਆਇਤ ਦੇ ਵਿੱਚ ਤੁਹਾਡੀ ਜਿੰਨੀ ਵੀ ਸਟ੍ਰੈਸ ਆ, ਜਿੰਨੀ ਵੀ ਮੁਸ਼ਕਿਲ ਆ, ਜਿੰਨੀ ਵੀ ਤੁਹਾਡੀ ਚਿੰਤਾ ਆ, ਕੀ ਆ, ਯਿਸੂ ਮਸੀਹ ਦੇ ਉੱਤੇ ਸੁੱਟ ਦਿਓ। ਸਾਨੂੰ ਯਿਸੂ ਮਸੀਹ ਦੇ ਉੱਤੇ ਆਪਣੀ ਚਿੰਤਾ ਫਿਕਰ ਸੁੱਟ ਦੇਣੀ ਚਾਹੀਦੀ ਆ, ਕਿਉਂਕਿ ਲਿਖਿਆ ਹੋਇਆ ਸੁੱਟ ਛੱਡੋ ਕਿਉਂ ਜੋ ਉਹਨੂੰ ਤੁਹਾਡਾ ਫਿਕਰ ਹੈ, ਉਹਨੂੰ ਤੁਹਾਡੀ ਚਿੰਤਾ ਆ, ਉਹਨੂੰ ਤੁਹਾਡਾ ਫਿਕਰ ਆ। ਅਸੀਂ ਹੁਣੇ ਇਸ ਵਚਨ ਨੂੰ ਪੜ੍ਹਿਆ। ਯਿਸੂ ਮਸੀਹ ਕਹਿੰਦੇ ਆ ਤੁਸੀਂ ਫਿਕਰ ਨਾ ਕਰੋ, ਤੁਸੀਂ ਚਿੰਤਾ ਨਾ ਕਰੋ। ਪਰਮੇਸ਼ਰ ਕਹਿੰਦਾ ਮੈਂ ਤੁਹਾਡੀ ਚਿੰਤਾ ਕਰਦਾ ਆ, ਮੈਂ ਤੁਹਾਡੀ ਫਿਕਰ ਕਰਦਾ ਆ, ਤੁਹਾਨੂੰ ਕੋਈ ਲੋੜ ਨਹੀਂ ਗੀ। ਵਚਨ ਦੇ ਵਿੱਚ ਲਿਖਿਆ ਹੋਇਆ ਲੂਕਾ ਦੀ ਅੰਜੀਲ ਜੇ ਅਸੀਂ ਚੈਪਟਰ 12 ਨੂੰ ਪੜ੍ਹੀਏ ਤੇ ਉਹਦੇ ਵਿੱਚ ਲਿਖਿਆ ਹੋਇਆ ਤੁਸੀਂ ਚਿੰਤਾ ਕਰਦੇ ਆ, ਫਿਕਰ ਕਰਦੇ ਆ, ਕੀ ਖਾਵਾਂਗੇ, ਕੀ ਪੀਵਾਂਗੇ, ਕੀ ਪਹਿਨਾਂਗੇ। ਯਿਸੂ ਮਸੀਹ ਕਹਿੰਦਾ ਆ ਤੁਸੀਂ ਫਿਕਰ ਕਰਦੇ ਆ। ਤੁਸੀਂ ਕਿਉਂ ਫਿਕਰ ਕਰਦੇ ਆ? ਪਰਾਈ ਜਿਹੜੇ ਕੌਮ ਆ, ਪਰਾਈਆਂ ਕੌਮਾਂ ਦੇ ਜਿਹੜੇ ਲੋਕ ਆ, ਉਹਨਾਂ ਨੂੰ ਇਸ ਗੱਲ ਦੀ ਚਿੰਤਾ ਆ, ਉਹਨਾਂ ਨੂੰ ਇਸ ਗੱਲ ਦੀ ਫਿਕਰ ਆ। ਉਹ ਚਿੰਤਾ ਕਰਦੇ ਆ, ਉਹ ਫਿਕਰ ਕਰਦੇ ਆ ਕਿ ਅਸੀਂ ਕੀ ਖਾਵਾਂਗੇ, ਕੀ ਪਹਿਨਾਂਗੇ, ਕੀ ਕਰਾਂਗੇ, ਕੀ ਕਰਾਂਗੇ। ਕਹਿੰਦਾ ਮੈਂ ਤੁਹਾਡਾ ਸਵਰਗੀ ਪਿਤਾ ਆ, ਮੈਂ ਤੁਹਾਡਾ ਸਵਰਗੀ ਪਿਤਾ ਆ, ਮੈਂ ਜਾਣਦਾ ਆ ਤੁਸੀਂ ਕੀ ਖਾਣਾ ਆ, ਕੀ ਪਹਿਨਣਾ ਆ। ਮੈਂ ਸਵਰਗੀ ਤੁਹਾਡਾ ਪਿਤਾ ਆ, ਤੁਸੀਂ ਚਿੰਤਾ ਨਾ ਕਰੋ, ਮੈਂ ਤੁਹਾਡੀ ਚਿੰਤਾ ਕਰਦਾ ਆ। ਕਿਉਂਕਿ ਦੂਸਰੀਆਂ ਪਰਾਈਆਂ ਕੌਮਾਂ ਦੇ ਲੋਕ ਜਿਹੜੇ ਆ ਉਹ ਫਿਕਰਾਂ ਵਿੱਚ ਆ, ਚਿੰਤਾ ਵਿੱਚ ਆ। ਸਾਡਾ ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਆਪਣੀ ਬਲ ਦੇਵਾਂਗਾ, ਆਪਣੀ ਤਾਕਤ ਦੇਵਾਂਗਾ। ਕਈ ਵੇਲੇ ਅਸੀਂ ਇਸ ਤਰ੍ਹਾਂ ਮੁਸ਼ਕਲਾਂ ਦੇ ਵਿੱਚ ਹੁੰਦੇ ਆ, ਪਰੇਸ਼ਾਨੀਆਂ ਦੇ ਵਿੱਚ ਹੁੰਦੇ ਆ। ਅਸੀਂ ਕਹਿੰਦੇ ਇਹ ਜਿਹੜੀ ਮੁਸ਼ਕਲ ਆ ਸਾਡੇ ਪਹਾੜ ਵਾਂਗੂ ਆ। ਜਿਸ ਤਰ੍ਹਾਂ ਹੁਣੇ ਆਪਾਂ ਯੂਕਰੇਨ ਦੇ ਲਈ, ਦੇਸ਼ ਦੇ ਲਈ ਦੁਆ ਕੀਤੀ। ਉਹਨਾਂ ਦੇ ਲਈ ਇੱਕ ਇਸ ਤਰ੍ਹਾਂ ਦੀ ਮੁਸ਼ਕਲ ਆ, ਇਸ ਪਰੇਸ਼ਾਨੀ ਆ ਕਿ ਉਹਨਾਂ ਨੂੰ ਪਹਾੜ ਜਿੱਡੀ ਨਜ਼ਰ ਆਉਂਦੀ ਆ, ਪਹਾੜਾਂ ਵਾਂਗੂ ਆ ਕਿ ਉਹ ਪਹਾੜ ਜਿਹੜਾ ਹਿੱਲ ਨਹੀਂ ਸਕਦਾ, ਟੁੱਟ ਨਹੀਂ ਸਕਦਾ, ਮੂਵ ਨਹੀਂ ਹੋ ਸਕਦਾ। ਉਹਨਾਂ ਨੂੰ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਲੱਗ ਰਹੀਆਂ। ਕਿਉਂ? ਕਿਉਂਕਿ ਉਹਨਾਂ ਦੇ ਉੱਤੇ, ਦੇਸ਼ ਦੇ ਉੱਤੇ ਮੁਸ਼ਕਲ ਪਈ ਹੋਈ ਆ। ਇਸੇ ਤਰ੍ਹਾਂ ਯਿਸੂ ਮਸੀਹ ਕਹਿੰਦਾ ਚਿੰਤਾ ਨਾ ਕਰੋ, ਫਿਕਰ ਨਾ ਕਰੋ, ਮੈਂ ਹਰੇਕ ਬੁਰਾਈ ਦੇ ਵਿੱਚੋਂ ਤੁਹਾਡੇ ਲਈ ਭਲਾਈ ਪੈਦਾ ਕਰਦਾ। ਜੇ ਅੱਜ ਤੁਹਾਨੂੰ ਮੁਸ਼ਕਿਲ ਲੱਗਦੀ ਆ, ਤੁਹਾਨੂੰ ਪਰੇਸ਼ਾਨੀ ਲੱਗਦੀ ਆ ਕਿ ਜੇ ਮੇਰੇ ਸਾਹਮਣੇ ਇੱਕ ਪਹਾੜ ਜੇ ਮੁਸ਼ਕਿਲ ਆ, ਇੱਕ ਪੱਥਰ, ਸਟੋਨ ਬਹੁਤ ਵੱਡਾ ਆ ਕਿ ਮੈਨੂੰ ਹਿਲਾ ਨਹੀਂ ਸਕਦਾ, ਮੇਰੇ ਬਸ ਤੋਂ ਬਾਹਰ ਆ। ਪਰ ਜੇ ਅਸੀਂ ਪਵਿੱਤਰ ਸ਼ਾਸਤਰ ਦੇ ਵਿੱਚ ਦੇਖੀਏ, ਮਾਰਕੁਸ ਦੀ ਅੰਜੀਲ ਚੈਪਟਰ 16 ਦੇ ਵਿੱਚ ਜਦੋਂ ਅਸੀਂ ਪੜ੍ਹਦੇ ਆ, ਤਿੰਨ ਔਰਤਾਂ ਆ ਯਿਸੂ ਮਸੀਹ ਦੇ ਵਤਨ ਨੂੰ ਖੁਸ਼ਬੂ ਲਾਉਣ ਲਈ, ਅਤਰ ਲਾਉਣ ਦੇ ਲਈ ਉਹ ਤੜਕੇ ਜਾਂਦੀਆਂ ਆ। ਜਦੋਂ ਤੜਕੇ ਜਾਂਦੀਆਂ ਆ ਤੇ ਤੁਰੀਆਂ ਜਾਂਦੀਆਂ, ਗੱਲਾਂ ਬਾਤਾਂ ਕਰਦੀਆਂ ਜਾਂਦੀਆਂ, ਪਰ ਰਾਹ 'ਚ ਜਾ ਕੇ ਕਹਿੰਦੀਆਂ ਓਹੋ ਤੁਰ ਪਈਆਂ ਆ। ਜੋ ਕਬਰ ਦੇ ਮੋੜੇ ਪੱਥਰ ਐਡਾ ਵੱਡਾ ਪਿਆ ਹੋਇਆ ਆ, ਉਸਨੂੰ ਕਿਸ ਤਰ੍ਹਾਂ ਮੂਵ ਕਰ ਸਕਦੀਆਂ ਆ? ਗੱਲਾਂ ਕਰਦੀਆਂ ਜਾਂਦੀਆਂ ਆ। ਉਹਨਾਂ ਦੇ ਇੱਕ ਦਿਮਾਗ ਦੇ ਵਿੱਚ ਇੱਕ ਪ੍ਰਸ਼ਨ ਆ, ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਆ ਕਿ ਅਸੀਂ ਯਿਸੂ ਮਸੀਹ ਦੇ ਕਬਰ ਵੱਲੋਂ ਤੁਰੀਆਂ ਜਾਂਦੀਆਂ ਆ, ਖੁਸ਼ਬੂ ਲਗਾਉਣੀ ਆ ਉਹਦੇ ਬਦਨ ਦੇ ਉੱਤੇ, ਅਤਰ ਲਗਾਉਣਾ ਆ, ਪਰ ਅਸੀਂ ਪੱਥਰ ਨੂੰ ਕਿਵੇਂ ਮੂਵ ਕਰਾਂਗੇ ਜੋ ਐਡਾ ਵੱਡਾ ਪੱਥਰ ਆ। ਇਸੇ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਤਿੰਨਾਂ ਦੇ ਇੱਕ ਕੁਐਸਚਨ ਸੀਗਾ ਕਿ ਅਸੀਂ ਕਿਸ ਤਰ੍ਹਾਂ ਮੂਵ ਕਰਾਂਗੇ, ਇਸੇ ਤਰ੍ਹਾਂ ਵਚਨ ਦੱਸਦਾ ਆ ਕਿ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਵੀ ਇੱਕ ਕੁਐਸਚਨ ਆ।
ਉਹ ਕੁਐਸਚਨ ਕੀ ਆ? ਉਹ ਕੁਐਸਚਨ ਆ, ਮੇਰੇ ਕਰਜ਼ੇ ਕਿਸ ਤਰ੍ਹਾਂ ਮਾਫ ਹੋ ਜਾਣਗੇ, ਮੇਰੇ ਕਰਜ਼ੇ ਕਿਸ ਤਰ੍ਹਾਂ ਉਤਰਨਗੇ, ਕੌਣ ਇਸ ਨੂੰ ਪਰੇ ਕਰ ਸਕਦਾ ਆ? ਇਹਨਾਂ ਕਰਜ਼ਿਆਂ ਨੂੰ ਕੌਣ ਹਟਾ ਸਕਦਾ ਆ? ਮੇਰੀਆਂ ਮੁਸ਼ਕਿਲਾਂ ਨੂੰ ਕੌਣ ਹਟਾ ਸਕਦਾ ਆ? ਮੇਰੇ ਗਮ ਨੂੰ ਕੌਣ ਹਟਾ ਸਕਦਾ ਆ? ਤੁਰੀਆਂ ਜਾਂਦੀਆਂ ਆ, ਉਸ ਪੱਥਰ ਬਾਰੇ ਸੋਚਦੀਆਂ ਆ। ਅੱਜ ਅਸੀਂ ਵੀ ਤੁਰੇ ਜਾਂਦੇ ਆ, ਪਰਮੇਸ਼ਰ ਦੀ ਵੱਲ ਨੂੰ ਤੁਰੇ ਜਾਂਦੇ ਆ, ਪਰ ਸਾਡੀ ਜ਼ਿੰਦਗੀ ਦੇ ਵਿੱਚ ਪ੍ਰਸ਼ਨ ਆ ਕਿ ਸਾਡੇ ਕਰਜ਼ਿਆਂ ਨੂੰ ਕੌਣ ਪਰੇ ਕਰੂਗਾ, ਸਾਡੀਆਂ ਮੁਸ਼ਕਿਲਾਂ ਨੂੰ ਕੌਣ ਪਰੇ ਕਰੂਗਾ, ਸਾਡੇ ਗਮਾਂ ਨੂੰ ਕੌਣ ਪਰੇ ਕਰੂਗਾ, ਸਾਡੇ ਦੁੱਖਾਂ ਨੂੰ ਕੌਣ ਪਰੇ ਕਰੂਗਾ। ਪਰ ਵਚਨ ਕਹਿੰਦਾ ਆ, ਉਹ ਜਦੋਂ ਸੋਚਦੀਆਂ ਜਾਂਦੀਆਂ ਆ ਕਿ ਪੱਥਰ ਨੂੰ ਕੌਣ ਪਰੇ ਕਰੇਗਾ, ਤਾਂ ਪਰਮੇਸ਼ਰ ਦਾ ਵਚਨ ਕਹਿੰਦਾ ਆ ਕਿ ਪਰਮੇਸ਼ਰ ਨੇ ਆਪਣੇ ਦੂਤ ਨੂੰ ਭੇਜਿਆ, ਔਰ ਜਦੋਂ ਦੂਤ ਨੂੰ ਭੇਜਿਆ ਉਸ ਪੱਥਰ ਨੂੰ, ਉਹਨਾਂ ਨੇ ਕੀ ਦੇਖਿਆ? ਉਹਨਾਂ ਔਰਤਾਂ ਨੇ ਦੇਖਿਆ ਕਿ ਪੱਥਰ ਮੂਵ ਹੋਇਆ ਹੋਇਆ। ਪਰ ਜੇ ਹੁਣ ਕਹੀਏ ਕਿ ਉਹ 3 ਔਰਤਾਂ ਆ, ਉਹ ਆਪਣੇ ਬਲ ਦੇ ਨਾਲ ਉਸ ਪੱਥਰ ਨੂੰ ਹਟਾ ਨਹੀਂ ਸੀ ਸਕਦੀਆਂ, ਆਪਣੀ ਤਾਕਤ ਦੇ ਨਾਲ ਉਸ ਪੱਥਰ ਨੂੰ ਹਟਾ ਨਹੀਂ ਸੀ ਸਕਦੀਆਂ। ਕਿਉਂ? ਕਿਉਂਕਿ 3 ਔਰਤਾਂ ਵੀ ਆਪਣਾ ਬਲ, ਆਪਣੀ ਜ਼ੋਰ, ਆਪਣੀ ਤਾਕਤ ਲਾ ਲੈਣ ਤਾਂ ਵੀ ਪੱਥਰ ਹਟਾ ਨਹੀਂ ਸੀ ਸਕਦੇ। ਕਿਉਂ? ਕਿਉਂਕਿ ਯਿਸੂ ਮਸੀਹ ਪਰਮੇਸ਼ਰ ਨੇ ਆਪਣੇ ਦੂਤ ਨੂੰ ਭੇਜਿਆ ਔਰ ਉਸ ਪੱਥਰ ਨੂੰ ਪਰੇ ਹਟਾ ਦਿੱਤਾ। ਅੱਜ ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਵਿਸ਼ਵਾਸ ਕਰਦੇ ਆ, ਯਕੀਨ ਕਰਦੇ ਆ ਕਿ ਮੇਰਾ ਪਰਮੇਸ਼ਰ ਨੇ ਮੇਰੇ ਲਈ ਦੂਤ ਨੂੰ ਮੁਹੱਈਆ ਕੀਤਾ ਹੋਇਆ, ਜੋ ਸਦਾ ਸਾਡੇ ਅੰਗ ਸੰਗ ਰਹਿੰਦਾ, ਆਪਣੀ ਸਾਮਰਥ ਨੂੰ ਭੇਜਦਾ ਆ। ਜਦੋਂ ਆਪਣੀ ਸਾਮਰਥ ਨੂੰ ਭੇਜਦਾ ਆ, ਹਰੇਕ ਬੰਧਨ ਟੁੱਟ ਜਾਂਦੇ ਆ, ਹਰੇਕ ਰੁਕਾਵਟਾਂ ਜਾਂਦੀਆਂ ਰਹਿੰਦੀਆਂ, ਹਰੇਕ ਮੁਸ਼ਕਿਲਾਂ, ਕਰਜ਼ੇ ਜਿਹੜੇ ਆ ਪਰੇ ਹਟਾ ਦਿੰਦਾ ਹੈ ਯਿਸੂ ਮਸੀਹ, ਜਦੋਂ ਅਸੀਂ ਵਿਸ਼ਵਾਸ ਦੇ ਨਾਲ। वचन की गलती तो है, परमेश्वर यीशु मसीह जो इस जहान ते सी, कोई भी बीमार आंदा सी, कोई भी दुखी आंदा सी, तां की कहंदा सी, तेरे ईमान ने तैनू चंगिया कीता, तेरे विश्वास ने तैनू चंगिया कीता। अज असीं जे विश्वास करदे आ अपने यीशु मसीह दे उत्ते, यीशु मसीह की कहंदा, तुहाडे मुश्किलां नूं, तुहाडीआं संकटां नूं, तुहाडीआं रुकावटां नूं मैं परे करन वाला परमेश्वर आ। ਸਾਡੇ ਪੱਥਰਾਂ ਨੂੰ ਮੈਂ ਹਟਾਉਣ ਵਾਲਾ। ਸਾਡੇ ਲਈ ਇੱਕ ਪੱਥਰ ਜਿਹੇ ਤਾਂ ਹੈਗੇ ਆ, ਕੋਈ ਵੀ ਉਹ ਪੱਥਰ ਜਿਹੜਾ ਆ ਪਰਮੇਸ਼ਰ ਦੇ ਨਾਲ ਸਾਨੂੰ ਮੁਲਾਕਾਤ ਕਰਨ ਤੋਂ ਹਟਾ ਨਹੀਂ ਸਕਦਾ। ਕੋਈ ਮੁਸ਼ਕਲ, ਕੋਈ ਗਮ, ਕੋਈ ਤਕਲੀਫ, ਕੋਈ ਬਿਮਾਰੀ, ਕਿ ਭੁੱਖ, ਕਿ ਨੰਗ, ਕਿ ਬਿਪਤਾ, ਕਿ ਕਾਲ, ਪਰਮੇਸ਼ਰ ਦੇ ਪਿਆਰ ਤੋਂ ਸਾਨੂੰ ਜੁਦਾ ਨਹੀਂ ਕਰ ਸਕਦੀ। ਜੇ ਅਸੀਂ ਦੇਖੀਏ ਯਹੂਨਾ ਦੀ ਅੰਜੀਲ ਦੇ ਵਿੱਚ ਚੈਪਟਰ 11 ਦੇ ਵਿੱਚ ਅਸੀਂ ਦੇਖਦੇ ਹਾਂ ਕਿ ਯਿਸੂ ਮਸੀਹ ਜਦੋਂ ਕਬਰ ਦੇ ਵਿੱਚ ਸੀ ਤਾਂ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਭੇਜਿਆ, ਔਰ ਕੀ ਹੁੰਦਾ ਆ, ਦੂਤ ਨੂੰ ਭੇਜਿਆ ਔਰ ਪੱਥਰ ਨੂੰ ਪਰੇ ਕਰਦਾ ਆ। ਔਰ ਜਦੋਂ ਅਸੀਂ ਯਹੂਨਾ ਦੀ ਅੰਜੀਲ ਚੈਪਟਰ 11 ਦੇ ਵਿੱਚ ਦੇਖਦੇ ਆ, ਜਦੋਂ ਮਾਰਤਾ ਤੇ ਮਰੀਅਮ ਦਾ ਭਰਾ ਜਦੋਂ ਮਰ ਜਾਂਦਾ ਆ, ਤਾਂ ਯਿਸੂ ਮਸੀਹ ਉਹਨਾਂ ਦੀ ਕਬਰ ਤੇ ਜਾਂਦੇ ਆ, ਔਰ ਉਹਨਾਂ ਦੀ ਕਬਰ ਤੇ ਜਾ ਕੇ ਉਹਨਾਂ ਨੂੰ ਕਹਿੰਦੇ ਆ, ਕਬਰ ਤੇ ਜਾ ਕੇ ਕਹਿੰਦੇ ਆ ਲੋਕਾਂ ਨੂੰ ਕਿ ਪੱਥਰ ਨੂੰ ਹਟਾ ਦੋ। ਜਿਹੜੇ ਕਬਰ ਦੇ ਕੋਲ ਲੋਕ ਖੜੇ ਹੁੰਦੇ ਆ, ਉਹਨਾਂ ਨੂੰ ਯਿਸੂ ਮਸੀਹ ਕਹਿੰਦੇ ਆ ਕਿ ਪੱਥਰ ਨੂੰ ਹਟਾ ਦੋ। ਕਿਉਂ ਪੱਥਰ ਨੂੰ ਹਟਾ ਦੋ? ਕਿਉਂਕਿ ਯਿਸੂ ਮਸੀਹ ਉੱਥੇ ਦੂਤ ਨਹੀਂ ਆਇਆ। ਜੇ ਅਸੀਂ ਕਹੀਏ ਕਿ ਉੱਥੇ ਦੂਤ ਆਇਆ, ਉੱਥੇ ਦੂਤ ਨੂੰ ਆਉਣ ਦੀ ਲੋੜ ਨਹੀਂ ਪਈ। ਕਿਉਂ? ਕਿਉਂਕਿ ਦੂਤ ਨੂੰ ਬਣਾਉਣ ਵਾਲਾ, ਦੂਤ ਜਿਹਦੀ ਪ੍ਰਸ਼ੰਸਾ ਕਰਦੇ ਆ, ਉਸ ਜਗ੍ਹਾ ਦੇ ਉੱਤੇ ਸੀ। ਉਸ ਪੱਥਰ ਨੂੰ ਇਨਸਾਨਾਂ ਨੇ ਹਟਾਇਆ। ਕਿਉਂ? ਕਿਉਂਕਿ ਦੂਤ ਉਸ ਜਗ੍ਹਾ ਤੇ ਨਹੀਂ ਆ ਸਕਦਾ ਸੀ, ਕਿਉਂਕਿ ਦੂਤਾਂ ਨੂੰ ਬਣਾਉਣ ਵਾਲਾ, ਜੋ ਦੂਤ ਉਹਦੀ ਪ੍ਰਸ਼ੰਸਾ ਕਰਦੇ ਆ, ਉਹ ਉਸ ਜਗ੍ਹਾ ਤੇ ਸੀਗਾ। ਅੱਜ ਯਿਸੂ ਮਸੀਹ ਤੁਹਾਡੇ ਕੋਲ ਆਇਆ, ਤੁਹਾਡੇ ਕੋਲ ਆਣ ਕੇ ਪੁੱਛਦੇ ਆ ਕੀ ਤੁਹਾਡੀਆਂ ਮੁਸ਼ਕਿਲਾਂ ਆ। ਜਦੋਂ ਤੁਸੀਂ ਆਉਂਦੇ ਆ ਉਦੋਂ ਹੀ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਇਨਸਾਨ ਨੂੰ ਇਹ ਮੁਸ਼ਕਿਲ ਆ। ਪਰ ਜਿਸ ਤਰ੍ਹਾਂ ਮਾਂ ਬਾਪ ਆਪਣੇ ਬੱਚੇ ਦੇ ਮੂੰਹੋਂ ਸੁਣਨਾ ਚਾਹੁੰਦਾ ਆ, ਇਸੇ ਤਰ੍ਹਾਂ ਯਿਸੂ ਮਸੀਹ
ਸਾਡਾ ਸਵਰਗੀ ਪਿਤਾ ਆ, ਸਾਡੀ ਹੋਠਾਂ ਤੋਂ, ਜਿਸ ਤਰ੍ਹਾਂ ਵਚਨ 'ਚ ਲਿਖਿਆ ਆ, ਮੈਂ ਤੁਹਾਡੇ ਹੋਠਾਂ ਦੀ ਕੁਰਬਾਨੀ ਨੂੰ ਪਸੰਦ ਕਰਦਾ ਆ, ਇਸੇ ਤਰ੍ਹਾਂ ਉਹ ਸਾਡੇ ਹੋਠਾਂ ਤੋਂ ਸੁਣਨਾ ਚਾਹੁੰਦਾ ਆ ਕਿ ਮੇਰੀ ਆ ਮੁਸ਼ਕਲ ਆ, ਯਿਸੂ ਮਸੀਹ ਜੀ ਇਸ ਮੁਸ਼ਕਲ ਨੂੰ ਪਰੇ ਹਟਾ ਦਿਓ। ਯਿਸੂ ਮਸੀਹ ਦੇ ਵਚਨ 'ਚ ਲਿਖਿਆ ਆ, ਜਦੋਂ ਔਰਤਾਂ ਨੇ ਪੱਥਰ ਨੂੰ ਹਟਿਆ ਹੋਇਆ ਦੇਖਿਆ ਕਿ ਪਰਮੇਸ਼ਰ ਦੇ ਦੂਤ ਨੇ ਉਸ ਪੱਥਰ ਨੂੰ ਹਟਾ ਦਿੱਤਾ, ਤਾਂ ਕੀ ਹੁੰਦਾ ਆ? ਉਹਨਾਂ ਦੇ ਲਈ ਇੱਕ ਗਵਾਹੀ ਬਣ ਜਾਂਦੀ ਆ, ਇੱਕ ਟੈਸਟਮਨੀ ਬਣ ਜਾਂਦੀ ਆ। ਉਹ ਜਾ ਕੇ ਚੇਲਿਆਂ ਨੂੰ ਦੱਸਦੀਆਂ ਆ, ਇੱਕ ਗਵਾਹੀ ਹੁੰਦੀ। ਇਸੇ ਤਰ੍ਹਾਂ ਜਦੋਂ ਯਿਸੂ ਮਸੀਹ ਸਾਡੇ ਦੁੱਖਾਂ ਨੂੰ ਪਰੇ ਕਰ ਦਿੰਦਾ ਆ, ਸਾਡੀਆਂ ਮੁਸ਼ਕਲਾਂ ਨੂੰ ਪਰੇ ਕਰ ਦਿੰਦਾ ਆ, ਸਾ ਪਰਮੇਸ਼ਰ ਕਹਿੰਦਾ ਮੈਂ ਤੁਹਾਡੇ ਹੋਠਾਂ ਦੀ ਕੁਰਬਾਨੀ ਨੂੰ, ਜੋ ਤੁਸੀਂ ਆਪਣੀ ਥੈਂਕਸ, ਆਪਣਾ ਧੰਨਵਾਦ, ਆਪਣੀ ਗਵਾਹੀ ਮੇਰੇ ਅੱਗੇ ਲੈ ਕੇ ਆਉਂਦੇ ਆ, ਤਾਂ ਮੈਂ ਤਖਤ ਨੂੰ ਤੁਸੀਂ ਹਿਲਾ ਦਿੰਦੇ ਆ, ਤਖਤ ਨੂੰ ਤੁਸੀਂ ਹਿਲਾ ਦਿੰਦੇ ਆ, ਔਰ ਮੈਂ ਤੁਹਾਡੇ ਵਿੱਚ ਆਣ ਕੇ ਡੇਰਾ ਲਾ ਲੈਂਦਾ। ਜਦੋਂ ਅਸੀਂ ਰੂਹ ਔਰ ਸੱਚਾਈ ਦੇ ਨਾਲ ਉਹਦੀ ਮਹਿਮਾ ਕਰਦੇ ਆ, ਉਹਦੀ ਵਡਿਆਈ ਕਰਦੇ ਆ, ਤਾਂ ਉਹਦਾ ਤਖਤ, ਉਹਦਾ ਡੇਰਾ ਇਸ ਜਗ੍ਹਾ ਤੇ ਲੱਗ ਜਾਂਦਾ ਆ। ਜਦੋਂ ਅਸੀਂ ਦੇਖਦੇ ਆ ਪਵਿੱਤਰ ਸ਼ਾਸਤਰ ਦੇ ਵਿੱਚ, ਉਹ ਜਿਹੜੀ ਮੋਹਰ ਸੀਗੀ ਲੱਗੀ ਹੋਈ ਕਬਰ ਦੇ ਪੱਥਰ ਦੇ ਉੱਤੇ, ਰੋਮੀ ਹਕੂਮਤ ਦੀ ਮੋਹਰ ਲੱਗੀ ਹੋਈ ਸੀ। ਇਹ ਸਰਕਾਰ ਦੀ ਮੋਹਰ ਸੀਗੀ, ਸਰਕਾਰ ਦੀ ਮੋਹਰ ਸੀਗੀ, ਇਸ ਨੂੰ ਕੋਈ ਵੀ ਹਟਾ ਨਹੀਂ ਸੀ ਸਕਦਾ। ਹੁਣ ਵੀ ਇੱਥੇ ਕਾਉਂਟੀ ਨੇ ਜੇ ਘਰ ਦੇ ਵਿੱਚ ਕੋਈ ਕਬਜ਼ਾ ਕੀਤਾ ਹੋਵੇ, ਉਹਦਾ ਐਡਾ ਵੱਡਾ ਲੌਕ ਲੱਗਾ ਹੁੰਦਾ, ਉਸ ਨੂੰ ਕੋਈ ਛੂ ਨਹੀਂ ਸਕਦਾ, ਉਸ ਨੂੰ ਕੋਈ ਤੋੜ ਨਹੀਂ ਸਕਦਾ। ਕਿਉਂ? ਕਿਉਂਕਿ ਉਹਦੀ ਪਨਿਸ਼ਮੈਂਟ ਬਹੁਤ ਆ ਕਾਉਂਟੀ ਦੇ ਵਿੱਚ, ਜੇ ਕੋਈ ਇਸ ਤਰ੍ਹਾਂ ਦੀ ਹੈਪਨ ਕਰ ਦੇਵੇ। ਪਰ ਰੋਮੀ ਹਕੂਮਤ ਸਰਕਾਰ ਦੀ ਮੋਹਰ ਲੱਗੀ ਹੋਈ ਸੀ। ਪਰ ਪਵਿੱਤਰ ਸ਼ਾਸਤਰ ਕੀ ਕਹਿੰਦਾ ਆ? ਪਰਮੇਸ਼ਰ ਦੀ ਜਦੋਂ ਪਾਵਰ ਆਉਂਦੀ ਆ, ਪਰਮੇਸ਼ਰ ਦੀ ਜਦੋਂ ਸਾਮਰਥ ਆਉਂਦੀ ਆ, ਪਰਮੇਸ਼ਰ ਦਾ ਜਦੋਂ ਅਨੁਗ੍ਰਹ ਆਉਂਦਾ ਆ, ਤਾਂ ਉਸ ਪਾਵਰ ਨੂੰ ਤੋੜ ਦਿੰਦਾ ਆ। ਜੋ ਵੀ ਪਰਮੇਸ਼ਰ ਦੇ ਬੱਚਿਆਂ ਦੇ ਵਿਰੁੱਧ ਕੋਈ ਤਾਕਤ ਆਉਂਦੀ ਆ, ਕੋਈ ਤਾਕਤ ਆਉਂਦੀ ਆ, ਪਰਮੇਸ਼ਰ ਕਹਿੰਦਾ ਮੈਂ ਉਸ ਤਾਕਤ ਨੂੰ ਰਿਬਿਊਕ ਕਰਨ ਵਾਲਾ, ਮੈਂ ਉਸ ਤਾਕਤ ਨੂੰ ਤੋੜਨ ਵਾਲਾ ਆ। ਜਦੋਂ ਮੇਰਾ ਮੱਸਾ ਆਉਂਦਾ ਆ ਇਨਸਾਨਾਂ ਦੇ ਉੱਤੇ, ਤਾਂ ਉਹਨਾਂ ਦੇ ਬੰਧਨ ਜਿਹੜੇ ਆ ਮੈਂ ਤੋੜ ਦਿੰਦਾ ਆ। ਪਰਮੇਸ਼ਰ ਤੋਂ ਸਾਨੂੰ ਕੋਈ ਜੁਦਾ ਨਹੀਂ ਕਰ ਸਕਦਾ। ਮੂੰਹ ਨੇਰੇ ਉੱਠੀਆਂ, ਹਾਲਾਂਕਿ ਉਹਨਾਂ ਨੂੰ ਪਤਾ ਆ, ਫਿਰ ਵੀ ਉਹ ਆਪਣੇ ਸੁਆਮੀ ਨੂੰ, ਆਪਣੇ ਉਧਾਰਕਰਤਾ ਨੂੰ, ਆਪਣੇ ਮੁਕਤੀਦਾਤਾ ਨੂੰ ਮਿਲਣ ਦੇ ਲਈ ਲਗਨ ਦੇ ਨਾਲ ਤੁਰੀਆਂ ਜਾਂਦੀਆਂ, ਤਿੰਨੇ ਜਣੀਆਂ, ਔਰ ਤਿੰਨਾਂ ਜਣਿਆਂ ਨੇ ਪਰਮੇਸ਼ਰ ਦੇ ਜਲਾਲ ਨੂੰ ਦੇਖਿਆ। ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਖੁਦਾਵੰਦ ਦੇ ਘਰ ਲਗਨ ਦੇ ਨਾਲ ਆਵਾਂਗੇ, ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਆਪਣੀ ਮਹਿਮਾ ਦੇ ਨਾਲ, ਆਪਣੇ ਜਲਾਲ ਦੇ ਨਾਲ, ਆਪਣੇ ਛੁਪੇ ਗਹਿਰੇ ਭੇਤਾਂ ਦੇ ਨਾਲ ਤੁਹਾਨੂੰ ਤੁਹਾਡੇ ਤੇ ਪ੍ਰਗਟ ਕਰਾਂਗਾ, ਔਰ ਤੁਹਾਨੂੰ ਤਾਰਿਆਂ ਵਾਂਗੂ ਚਮਕਾਵਾਂਗਾ। ਜਿਸ ਤਰ੍ਹਾਂ ਉਸ ਪੱਥਰ ਨੂੰ ਪਰਮੇਸ਼ਰ ਨੇ ਗਵਾਹੀ ਲਈ ਵਰਤਿਆ, ਉਸ ਪੱਥਰ ਨੂੰ, ਇਸੇ ਤਰ੍ਹਾਂ ਅੱਜ ਜੇ ਅਸੀਂ ਆਪਣੇ ਖੁਦਾਵੰਦ ਦੇ ਭਵਨ ਦੇ ਵਿੱਚ ਆਉਂਦੇ ਹਾਂ, ਕੋਈ ਵੀ ਪੱਥਰ ਜਿਹੜਾ ਸਾਨੂੰ ਪਰਮੇਸ਼ਰ ਤੋਂ ਅਲੱਗ ਨਹੀਂ ਕਰ ਸਕਦਾ। ਕੋਈ ਵੀ, ਕੋਈ ਮੁਸ਼ਕਲ, ਕੋਈ ਪਰੇਸ਼ਾਨੀ, ਕੋਈ ਗਮ, ਕਿਉਂਕਿ ਪਰਮੇਸ਼ਰ ਦੇ ਨਾਲ ਅਸੀਂ ਮੁਲਾਕਾਤ ਕਰਨ ਲਈ ਆਏ ਹਾਂ, ਉਹਦੇ ਨਾਲ ਗੱਲਬਾਤ ਕਰਨ ਦੇ ਲਈ ਆਏ ਹਾਂ। ਜਿਸ ਤਰ੍ਹਾਂ ਦੂਤ ਨੇ ਪੱਥਰ ਨੂੰ ਹਟਾ ਦਿੱਤਾ, ਇਸੇ ਤਰ੍ਹਾਂ ਪਰਮੇਸ਼ਰ ਦਾ ਦੂਤ ਤੁਹਾਡੇ ਅੰਗ ਸੰਗ ਗਿਆ। ਪਰਮੇਸ਼ਰ ਕੀ ਕਹਿੰਦਾ ਆ? ਮੈਂ ਆਪਣੇ ਦੂਤ ਨੂੰ ਹੁਕਮ ਦਿੰਦਾ ਆ, ਉਹ ਤੁਹਾਡੇ ਅੰਗ ਸੰਗ ਕਰਨ, ਤੁਹਾਡੀ ਰਖਵਾਲੀ ਕਰਨ,
ਤੁਹਾਡੇ ਇਰਦ ਗਿਰਦ ਰਹਿਣ। ਜਦੋਂ ਅਸੀਂ ਵਿਸ਼ਵਾਸ ਕਰਦੇ ਹਾਂ ਤਾਂ ਯੀਸ਼ੂ ਮਸੀਹ ਕਹਿੰਦਾ ਤੁਸੀਂ ਮੇਰੀ ਸਾਮਰਥ ਨੂੰ, ਤੁਸੀਂ ਮੇਰੀ ਮਹਿਮਾ ਨੂੰ, ਤੁਸੀਂ ਮੇਰੇ ਅਨੁਗ੍ਰਹਿ ਨੂੰ ਦੇਖੋਗੇ। ਜਦੋਂ ਮੇਰਾ ਦੂਤ, ਮੇਰੀ ਹੋਲੀ ਸਪਿਰਿਟ ਜਦੋਂ ਤੁਹਾਡੇ ਤੇ ਆਉਂਦੀ ਆ, ਮੱਸਾਂ ਦੇ ਬੰਧਨ ਟੁੱਟ ਜਾਂਦੇ ਆ, ਸਰਾਪ ਟੁੱਟ ਜਾਂਦੇ ਆ, ਬਿਮਾਰੀਆਂ ਟੁੱਟ ਜਾਂਦੀਆਂ, ਪਾਪ ਜਾਂਦੇ ਰਹਿੰਦੇ ਆ, ਬਿਮਾਰੀਆਂ ਜਾਂਦੀਆਂ ਰਹਿੰਦੀਆਂ ਆ, ਮੁਸ਼ਕਿਲਾਂ ਪਰੇਸ਼ਾਨੀਆਂ ਸਭ ਦੂਰ ਹੋ ਜਾਂਦੀਆਂ ਆ। ਯੀਸ਼ੂ ਮਸੀਹ ਕਹਿੰਦੇ ਆ ਕਿ ਤੁਸੀਂ ਵਿਸ਼ਵਾਸ ਦੇ ਨਾਲ, ਜਦੋਂ ਅਸੀਂ ਯਕੀਨ ਦੇ ਨਾਲ ਆਪਣੇ ਯੀਸ਼ੂ ਮਸੀਹ ਤੇ ਆਉਂਦੇ ਆ ਤਾਂ ਪਰਮੇਸ਼ਰ ਕਹਿੰਦਾ ਆ ਜਦੋਂ ਤੁਸੀਂ ਵਿਸ਼ਵਾਸ ਕਰਨ ਦਾ ਫੈਸਲਾ ਕਰ ਲੈਂਦੇ ਆ। ਮੈਂ ਵੀ ਇੱਕ ਤਰ੍ਹਾਂ ਸੀ ਪਾਸਟਰ ਜੀ, ਮੈਂ ਬਹੁਤ ਵਿਸ਼ਵਾਸ ਕਰਦੀ ਹਾਂ। ਹਾਂਜੀ ਪਾਸਟਰ ਜੀ, ਗੀਤ ਵੀ ਪੂਰੇ ਗਾਉਣੇ, ਟਾਈਮ ਨਾਲ ਚਰਚ ਵੀ ਜਾਣਾ। ਲੋਕ ਕਹਿੰਦੇ ਸੀ ਬਹੁਤ ਚੰਗੀ ਆ, ਫੇਥਫੁਲੀ ਆਲੀ ਆ, ਪਰ ਖੁਦਾਵੰਦ ਚਾਹਤਾ ਸੀ ਦਿਖਾਵਟੀਪਨ। ਵਫਾਦਾਰੀ ਦੇ ਨਾਲ ਚਰਚ ਜਾਣਾ, ਬੱਚਿਆਂ ਨੂੰ ਲੈ ਕੇ ਜਾਣਾ। ਵਿਸ਼ਵਾਸ ਕਰਦੇ ਆ, ਹਾਂਜੀ ਜੀ ਵਿਸ਼ਵਾਸ ਕਰਦੇ ਆ, ਪਰ ਉਸ ਸਮੇਂ ਤੇ ਅੱਜ ਦੇ ਸਮੇਂ 'ਚ ਪਰਮੇਸ਼ਰ, ਜਦੋਂ ਤੁਸੀਂ ਪਰਮੇਸ਼ਰ ਦੇ ਕੋਲ ਜਾਂਦੇ ਆ, ਪਰਮੇਸ਼ਰ ਤੁਹਾਡੀਆਂ ਜ਼ਿੰਦਗੀਆਂ ਜਿਹੜੀਆਂ ਬਦਲ ਦਿੰਦਾ ਆ। ਪਰਮੇਸ਼ਰ ਕੀ ਕਹਿੰਦਾ, ਤੁਹਾਡੇ ਰਗ ਰਗ ਨੂੰ, ਦਿਲਾਂ ਤੇ ਗੁਰਦਿਆਂ ਨੂੰ ਮੈਂ ਜਾਣਨ ਵਾਲਾ ਪਰਮੇਸ਼ਰ ਹਾਂ। ਜਦੋਂ ਅਸੀਂ ਵਿਸ਼ਵਾਸ ਕਰ ਲਵਾਂਗੇ, ਯਕੀਨ ਕਰ ਲਵਾਂਗੇ, ਭਰੋਸਾ ਕਰ ਲਵਾਂਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਡੀਆਂ ਵੱਡੀਆਂ ਉਹਦੀਆਂ ਆਸ਼ੀਸ਼ਾਂ ਨੂੰ ਦੇਖ ਸਕਦੇ ਹਾਂ। ਇਹ ਨਹੀਂ ਕਿ ਬਹੁਤ ਧਨ ਮਿਲ ਜਾਊਗਾ, ਬਹੁਤ ਪੈਸਾ ਮਿਲ ਜਾਊਗਾ। ਇਹ ਜਿਹੜੀ ਅੱਛੀ ਸਿਹਤ, ਤੰਦਰੁਸਤੀ ਆ, ਇਹ ਪਰਮੇਸ਼ਰ ਦੀ ਬਰਕਤ ਆ, ਉਹਦਾ ਰਹਿਮਤ ਆ, ਉਹਦਾ ਫਜ਼ਲ ਆ, ਉਹਦੀ ਕਿਰਪਾ ਆ। ਬਸ ਪਰਮੇਸ਼ਰ ਹੀ ਕਹਿੰਦਾ। ਹਾਂ, ਜਦੋਂ ਅਸੀਂ ਪਰਮੇਸ਼ਰ ਵਿੱਚ ਵੱਧਦੇ ਜਾਂਦੇ ਆ ਤਾਂ ਕਈ ਵੇਲੇ ਮੁਸ਼ਕਿਲਾਂ ਆ ਜਾਂਦੀਆਂ, ਕਈ ਵੇਲੇ ਐਸਾ ਸਮਾਂ ਜਾਂਦਾ ਆ ਕਿ ਬਹੁਤ ਲੋਕਾਂ ਕੋਲ ਸੁਣਦੇ ਆ ਕਿ ਅਸੀਂ ਇਕੱਲੇ ਰਹਿ ਗਏ, ਸਾਨੂੰ ਛੱਡ ਦਿੱਤਾ ਗਿਆ। ਦੂਸਰਾ ਤਮੋਥੀਅਸ 4 ਦੀ 16 ਦੇ 17 ਆਇਤ ਦੇ ਵਿੱਚ ਸੰਤ ਪੌਲੁਸ ਕਹਿੰਦਾ ਆ, ਪਵਿੱਤਰ ਸ਼ਾਸਤਰ ਦੇ ਵਿੱਚ ਜੇ ਅਸੀਂ ਪੜ੍ਹੀਏ, ਉਹ ਕਹਿੰਦਾ ਮੇਰੇ ਦੋਸਤ ਜਿਹੜੇ ਸੀ ਮੈਨੂੰ ਸਭ ਛੱਡ ਕੇ ਚਲੇ ਗਏ। ਮੇਰੇ ਦੋਸਤ ਮੈਨੂੰ ਸਭ ਛੱਡ ਕੇ ਚਲੇ ਗਿਆ। ਮੈਂ ਇਕੱਲਾ ਰਹਿ ਗਿਆ, ਇਕੱਲਾ ਰਹਿ ਗਿਆ। ਮੇਰੇ ਨਾਲ ਕੋਈ ਵੀ ਖੜਾ ਨਹੀਂ ਸੀਗਾ, ਕੋਈ ਵੀ ਖੜਾ ਨਹੀਂ ਸੀ। ਇਸੇ ਤਰ੍ਹਾਂ ਕਈ ਵੇਲੇ ਸਾਡੀ ਜ਼ਿੰਦਗੀ 'ਚ ਐਸਾ ਸਮਾਂ ਆ ਜਾਂਦਾ ਹੈ, ਐਸਾ ਸਮਾਂ ਆ ਜਾਂਦਾ ਹੈ। ਕਈ ਵੇਲੇ ਅਸੀਂ ਵੀ ਪੌਲੁਸ ਦੀ ਤਰ੍ਹਾਂ ਮਹਿਸੂਸ ਕਰਦੇ ਹਾਂ ਕਿ ਅਸੀਂ ਇਕੱਲੇ ਰਹਿ ਗਏ, ਪਰ ਅਸੀਂ 17ਵੀਂ ਵਿੱਚ ਦੇਖਦੇ ਹਾਂ ਪੌਲੁਸ ਕਹਿੰਦਾ, ਭਾਵੇਂ ਮੈਨੂੰ ਸਭ ਛੱਡ ਗਏ, ਮੈਂ ਇਕੱਲਾ ਰਹਿ ਗਿਆ, ਪਰ ਯਿਸੂ ਮਸੀਹ ਮੇਰੇ ਨਾਲ ਸੀ। ਵਚਨ 'ਚ ਕਹਿੰਦਾ ਆ ਯਿਸੂ ਮਸੀਹ ਮੇਰੇ ਨਾਲ ਖੜਾ ਸੀ। ਸਾਰੇ ਲੋਕਾਂ ਨੇ ਮੈਨੂੰ ਛੱਡ ਦਿੱਤਾ, ਸਭ ਲੋਕ ਛੱਡ ਕੇ ਚਲੇ ਗਏ, ਪਰ ਮੇਰੀ ਮਦਦਗਾਰ, ਮੇਰੀ ਸਹਾਇਤਾ ਕਰਨ ਵਾਲਾ ਯਿਸੂ ਮਸੀਹ ਮੇਰੇ ਨਾਲ ਸੀ। ਇਸੇ ਤਰ੍ਹਾਂ ਵਚਨ ਵਿੱਚ ਲਿਖਿਆ। ਅੱਜ ਅਸੀਂ ਕਿੰਨੇ ਜਣੇ ਅਸੀਂ ਇਹ ਗੱਲ ਸੋਚਦੇ ਆ ਕਿ ਯਿਸੂ ਮਸੀਹ ਸਾਡੇ ਨਾਲ ਖੜਿਆ, ਯਿਸੂ ਮਸੀਹ ਸਾਡੇ ਨਾਲ ਆ। ਉਹਨੇ ਵਾਅਦਾ ਕੀਤਾ, ਮੈਂ ਅੰਗ ਸੰਗੀਆਂ ਤੁਹਾਡੇ, ਨਾ ਡਰ ਨਾ ਘਾਬਰ, ਮੈਂ ਤੇਰਾ ਜੋਰਾਵਰ ਪਰਮੇਸ਼ਰ ਆ, ਮੈਂ ਤੈਨੂੰ ਆਪਣੇ ਫਤਿਹਮੰਦ ਹੱਥਾਂ ਦੇ ਨਾਲ ਸੰਭਾਲ ਕੇ ਰੱਖਾਂਗਾ। ਉਹਨੇ ਕਿਹਾ ਆ, ਉਹਨੇ ਵਾਅਦਾ ਦਿਲਾਇਆ ਹੋਇਆ ਹੈ। ਵਚਨ 'ਚ ਲਿਖਿਆ ਹੋਇਆ ਮਤੀ 28 ਦੀ 20 ਦੇ ਵਿੱਚ, ਮੈਂ ਸੰਸਾਰ ਦੇ, ਦੁਨੀਆ ਦੇ ਅੰਤ ਤੱਕ ਤੁਹਾਡੇ ਨਾਲ ਆ। ਮੈਂ ਤੁਹਾਨੂੰ ਇਕੱਲਾ ਨਹੀਂ ਛੱਡਾਂਗਾ, ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ। ਜਿਸ ਤਰ੍ਹਾਂ ਉਹ ਯਹੂਨਾ 16 ਦੀ 32 ਵਿੱਚ ਯਿਸੂ ਮਸੀਹ ਆਪਣੇ ਚੇਲਿਆਂ ਨੂੰ ਕਹਿੰਦੇ ਆ, ਇੱਕ ਸਮਾਂ ਇਸ ਤਰ੍ਹਾਂ ਦਾ ਆਏਗਾ ਕਿ ਤੁਸੀਂ ਮੈਨੂੰ ਛੱਡ ਦੋਗੇ। ਯਿਸੂ ਮਸੀਹ ਆਪਣੇ ਚੇਲਿਆਂ ਨੂੰ ਇਹ ਗੱਲ ਕਹਿੰਦੇ ਆ ਕਿ ਇੱਕ ਟਾਈਮ ਇਸ ਤਰ੍ਹਾਂ ਦਾ ਆਉਣਾ ਆ ਕਿ ਤੁਸੀਂ ਮੈਨੂੰ ਛੱਡ ਕੇ ਚਲੇ ਜਾਓਗੇ। ਪਰ ਵਚਨ ਕੀ ਕਹਿੰਦਾ ਆ? ਕਹਿੰਦਾ, ਤਾਂ
ਮੇਰੇ ਨਾਲ ਆ। ਪਰ ਵਚਨ ਕੀ ਕਹਿੰਦਾ, ਜਦੋਂ ਅਸੀਂ ਉਹਦੀ ਸੰਗਤੀ ਨੂੰ ਛੱਡ ਦੇਵਾਂਗੇ, ਵਚਨ ਨੇ ਗੱਲ ਕਹਿੰਦਾ, ਮੈਂ ਗੱਲ ਇਹ ਕਹਿੰਦੀ, ਜਦੋਂ ਅਸੀਂ ਉਹਦੀ ਸੰਗਤੀ ਨੂੰ ਛੱਡ ਦੇਵਾਂਗੇ ਤਾਂ ਕੀ ਹੋਊਗਾ? ਪਰਮੇਸ਼ਰ ਦੇ ਵਚਨ 'ਚ ਲਿਖਿਆ, ਉਹ ਜਾਣਦਾ ਆ ਸਾਡੇ ਦੁੱਖਾਂ ਨੂੰ, ਉਹ ਜਾਣਦਾ ਆ ਸਾਡੀਆਂ ਤਕਲੀਫਾਂ ਨੂੰ, ਉਹ ਜਾਣਦਾ ਆ ਕਿ ਜਦੋਂ ਅਸੀਂ ਕਈ ਵੇਲੇ ਰਾਤ ਨੂੰ ਸੋ ਨਹੀਂ ਸਕਦੇ ਆਪਣੀ ਦੁੱਖ ਦਾ ਕਰਕੇ, ਮੁਸੀਬਤ ਦਾ ਕਰਕੇ, ਉਹ ਜਾਣਦਾ ਆ। ਕਿਉਂਕਿ ਸਲੀਬ ਉੱਤੇ ਜਦੋਂ ਉਹਨੂੰ ਟੰਗਿਆ ਗਿਆ ਸੀ ਤਾਂ ਉਹ ਕਹਿੰਦਾ, ਏਲੀਆ 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 ਲਮਾ ਸ਼ਬਕਤਾਨੀ, ਜਾਨ ਦੇ ਦਿੱਤੀ, ਕਿਉਂਕਿ ਉਹਦੇ ਬਾਪ ਨੇ ਵੀ ਉਹਨੂੰ ਉਸ ਟਾਈਮ ਛੱਡ ਦਿੱਤਾ ਸੀ। ਉਹ ਜਾਣਦਾ ਆ ਸਾਡੇ ਦੁੱਖਾਂ ਨੂੰ, ਉਹ ਜਾਣਦਾ ਸਾਡੀਆਂ ਪਰੇਸ਼ਾਨੀਆਂ ਨੂੰ, ਉਹ ਜਾਣਦਾ ਸਾਡੀਆਂ ਰੁਕੇ ਹੋਏ ਕੰਮਾਂ ਨੂੰ, ਉਹ ਜਾਣਦਾ ਆ ਕਿ ਮੈਂ ਕਿਸ ਤਰ੍ਹਾਂ ਉਸ ਪੱਥਰਾਂ ਨੂੰ, ਰੁਕਾਵਟਾਂ ਨੂੰ ਤੁਹਾਡੇ ਤੋਂ ਪਰੇ ਕਰਨਾ ਆ। ਉਹ ਦੁੱਖ ਵਿੱਚ ਦੀ ਲੰਘ ਕੇ ਗਿਆ, ਉਹ ਮੇਰੇ ਵਰਗਾ ਤੁਹਾਡੇ ਵਰਗਾ ਇੱਕ ਇਨਸਾਨ ਬਣਿਆ ਆ। ਉਹ ਜਾਣਦਾ ਆ ਕੰਮਾਂ ਨੂੰ, ਪਰੇਸ਼ਾਨੀਆਂ ਨੂੰ। ਇਹੀ ਲਮਾ ਸ਼ਬਕਤਾਨੀ, और उसने जान दे दी। परमेश्वर का पुत्र कहना, मैं थानू अनाथ नहीं छड्डांगा, मैं थानू अनाथ नहीं छड्डांगा। जब मैं संसार उत्ते जावांगा तुहाडे लिए एक मददगार भेजांगा, अपनी पवित्र आत्मा नू भेजांगा। मैं थानू अनाथ नहीं छड्डांगा, मैं दुनिया दे अंत तक तुहाडे नाल रवांगा, दुनिया दे अखीर तक मैं तुहाडे अंग संग रवांगा, मैं थानू कल्ले नहीं छड्डांगा। सानू फिक्र करन दी लोड़ नहीं, सानू चिंता करन दी लोड़ नहीं कि असीं की खावांगे की पीवांगे। सानू साडी चिंता वो करदा। वचन च लिखिया, मैनू तुहाडी फिक्र आ, मैनू तुहाडी चिंता आ, तुहाडी फिक्र आ। जदों तुसीं उदास हुंदे आ, मैं भी उदास हुंदा, जदों तुसीं रोंदे आ, मैं भी रोंदा आ। एक मां आ, मां नू बच्चा कोई अपनी मुश्किल दे के दसे, हाले बच्चा रोगा ना तो मां पहले आंसू बगाउण लग पैंदी कि मेरा बच्चा जिहड़ा आ इन्नी मुश्किल विच दी जा रहा आ। जो दुनियादारी दे मां बाप हो गए, जो असी संसार दे आ, पापी आ, गुनाहगार आ, असी अपने बच्चों दे लई इन्नी फिक्र करदे आ, इन्नी चिंता करदे आ। वो साडा स्वर्गीय बाप आ, स्वर्गीय पिता आ, वो कहंदा मैं तुहाडी चिंता करदा आ, तुहाडी फिक्र करदा आ कि तुसीं की खाना है, की पहनना है। पराइयां कौमां नूं इहदी चिंता आ, पराइयां कौमां नूं इहदी फिक्र आ। मैं तुहाडे तो अलग नहीं हो गया, क्योंकि मैं अपने पवित्र आत्मा नूं तुहाडे ते बहावांगा, और पवित्र आत्मा नूं जदों बहावांगा और मैं दुनिया दे अंत तक तुहाडे नाल रहांगा। अज असीं अपने परमेश्वर दे हत्थां दे विच अपने आप नूं दे दईए, क्योंकि उन्हें कहा है इस हथेली दे उत्ते तुहाडे कल्ले कल्ले दा नाम लिखिया होया है, एक एक जने दा नाम लिखिया होया। तुसीं अपनी चिंता, अपना बोझ, अपनी परेशानियां, अपने गम यीशु मसीह ने दे दो। उन्हें अपनी हथेली दे उत्ते तुहाडा नाम उकरिया होया, एक एक दा नाम लिखिया होया है, और वो कहंदा है कि तुसी मेरे आ, तुसी मैं अपने खून दे नाल खरीद लिया, ना मैं तुहानू छड्डांगा, ना मैं तुहानू त्यागांगा, और मैं तुहाडे नाल तुहाडे अंग संग रवांगा। तुहाडे नहीं, तुहाडे बच्चों दे, तुहाडे खानदान दे, भावें तुसी देसों परदेस बैठे आ, एक एक देव साडे नाल आ। आइए खड़े होइए और अपने खुदावन नूं कहिए, अपने यीशु मसीह नूं कहिए कि यीशु मसीह जी, तू ही साडा बाप आ, स्वर्गीय पिता आ। तेरे वचन च लिखिया आ कि चिंता ना कर, फिक्र ना कर, मैं तेरा यीशु आ, मैं तेरा रखवाला आ। तेरे वचन च भी लिखिया है कि मैं तेनों अनाथ नहीं छड्डांगा, तुसी मैनू छड्ड दोगे अपने चेलियां नूं कहंदा है, पर मैं तुहानू नहीं छड्ड सकदा।
मैं तुहाडे नाल अंत तक दुनिया दे नाल आ। प्यारे प्रभु यीशु मसीह